ਸੰਸਕ੍ਰਿਤੀ ਕੀ ਹੁੰਦੀ ਹੈ? ਪਰਿਭਾਸ਼ਾ ਸਹਿਤ ਦੱਸੋ। ਵਟ ਡੂ ਯੂ ਮੀਨ ਬਾਈ ਕਲਚਰ ਐਂਡ ਰਾਈਟ ਇਟਸ ਡੈਫੀਨੇਸ਼ਨਸ। ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹੱਤਵਪੂਰਨ ਵੱਖਰੇਵੇਪਨ ਵਾਲੀ ਚੀਜ਼ ਹੈ ਸੰਸਕ੍ਰਿਤੀ, ਜੋ ਮਨੁੱਖਾਂ ਕੋਲ ਹੈ, ਜਾਨਵਰਾਂ ਕੋਲ ਨਹੀਂ। ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦੀ ਸੰਸਕ੍ਰਿਤੀ ਹੈ। ਜੇਕਰ ਮਨੁੱਖ ਦੇ ਕੋਲ ਉਸਦੀ ਸੰਸਕ੍ਰਿਤੀ ਲੈ ਲਈ ਜਾਵੇ ਤਾਂ ਉਸ ਕੋਲ ਕੁਝ ਨਹੀਂ ਬਚੇਗਾ। ਦੁਨੀਆ ਦੇ ਸਾਰੇ ਪ੍ਰਾਣੀਆਂ ਵਿੱਚ ਸਿਰਫ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੰਸਕ੍ਰਿਤੀ ਨੂੰ ਬਣਾ ਕੇ ਉਹ ਉਸ ਨੂੰ ਬਚਾ ਕੇ ਰੱਖ ਸਕੇ। ਸੰਸਕ੍ਰਿਤੀ ਪੈਦਾ ਹੁੰਦੀ ਹੈ ਮਨੁੱਖਾਂ ਦੀਆਂ ਆਪਸੀ ਅੰਤਰ ਕਿਰਿਆਵਾਂ ਤੋਂ। ਸੰਸਕ੍ਰਿਤੀ ਸਿਰਫ ਮਨੁੱਖ ਦੀਆਂ ਅੰਤਰ ਕਿਰਿਆਵਾਂ ਤੋਂ ਹੀ ਪੈਦਾ ਨਹੀਂ ਹੁੰਦੀ, ਬਲਕਿ ਇਹ ਮਨੁੱਖ ਦੀਆਂ ਅਗਲੀਆਂ ਅੰਤਰ ਕਿਰਿਆਵਾਂ ਨੂੰ ਵੀ ਰਸਤਾ ਵਿਖਾਉਂਦੀ ਹੈ। ਸੰਸਕ੍ਰਿਤੀ ਵਿਅਕਤੀ ਦੇ ਵਿਅਕਤਿਤਵ ਦੇ ਨਿਰਮਾਣ ਵਿੱਚ ਮਦਦ ਕਰਦੀ ਹੈ ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦੀ ਹੈ। ਇਸ ਤਰ੍ਹਾਂ ਸੰਸਕ੍ਰਿਤੀ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫੀ ਗੂੜ੍ਹੇ ਰੂਪ ਨਾਲ ਜੁੜੇ ਹੋਏ ਹਨ, ਕਿਉਂਕਿ ਸੰਸਕ੍ਰਿਤੀ ਹੀ ਵਿਅਕਤੀ ਨੂੰ ਪਸ਼ੂਆਂ ਅਤੇ ਸਮੂਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦੀ ਹੈ। ਸੰਸਕ੍ਰਿਤੀ ਮਨੁੱਖੀ ਸਮਾਜ ਦੀ ਮੁੱਖ ਵਿਸ਼ੇਸ਼ਤਾ ਹੈ। ਪ੍ਰਸਿੱਧ ਸਮਾਜ ਵਿਗਿਆਨੀ ਅਰਸਤੂ ਦੇ ਅਨੁਸਾਰ ਮਨੁੱਖ ਇੱਕ ਸਮਾਜਿਕ ਪਸ਼ੂ ਹੈ। ਜੇਕਰ ਅਸੀਂ ਪਸ਼ੂ ਤੇ ਮਨੁੱਖ ਵਿੱਚ ਪਾਏ ਜਾਣ ਵਾਲੇ ਅੰਤਰ ਦਾ ਵਰਣਨ ਕਰੀਏ ਤਾਂ ਇਹ ਸੰਸਕ੍ਰਿਤੀ ਹੀ ਇਹਨਾਂ ਵਿਚਕਾਰ ਪਾਏ ਗਏ ਅੰਤਰ ਲਈ ਪ੍ਰਮੁੱਖ ਕਾਰਨ ਬਣਦੀ ਹੈ। ਸੰਸਕ੍ਰਿਤੀ ਦਾ ਸੰਬੰਧ ਮਨੁੱਖਾਂ ਦੇ ਨਾਲ ਹੁੰਦਾ ਹੈ। ਵਿਅਕਤੀ ਆਪ ਹੀ ਸੰਸਕ੍ਰਿਤੀ ਨੂੰ ਜਨਮ ਦਿੰਦਾ ਹੈ ਤੇ ਆਪ ਹੀ ਇਸ ਨੂੰ ਆਉਣ ਵਾਲੇ ਸਮੇਂ ਲਈ ਸੰਭਾਲ ਕੇ ਰੱਖਣ ਦੀ ਵੀ ਸਮਰੱਥਾ ਰੱਖਦਾ ਹੈ। ਅਸਲੀਅਤ ਦੇ ਵਿੱਚ ਇਹ ਮਨੁੱਖੀ ਕਿਰਿਆਵਾਂ ਦੀ ਉਹ ਉਪਜ ਹੁੰਦੀ ਹੈ ਜਿਸ ਦੇ ਆਧਾਰ 'ਤੇ ਹੀ ਅਸੀਂ ਸਮਾਜ ਦੇ ਵੱਖ-ਵੱਖ ਵਿਅਕਤੀਆਂ ਨੂੰ ਇੱਕ ਦੂਸਰੇ ਨਾਲੋਂ ਵੱਖਰਾ ਦੱਸਣ ਦੇ ਯੋਗ ਹੋ ਜਾਂਦੇ ਹਾਂ ਅਤੇ ਨਾਲ ਹੀ ਇੱਕ ਸਮਾਜ ਨੂੰ ਵੀ ਦੂਸਰੇ ਸਮਾਜ ਨਾਲੋਂ ਅੱਡ ਕਰ ਸਕਦੇ ਹਾਂ। ਬਿਨਾਂ ਸੰਸਕ੍ਰਿਤੀ ਨੂੰ ਸਮਝੇ ਅਸੀਂ ਮਨੁੱਖੀ ਸਮਾਜ ਨੂੰ ਨਹੀਂ ਸਮਝ ਸਕਦੇ, ਕਿਉਂਕਿ ਸੰਸਕ੍ਰਿਤੀ ਦਾ ਵਿਅਕਤੀ ਦੀ ਸਮਾਜਿਕ ਜ਼ਿੰਦਗੀ 'ਤੇ ਵੀ ਪ੍ਰਭਾਵ ਪੈਂਦਾ ਹੈ। ਸਮਾਜਿਕ ਪਰਿਵਰਤਨ ਦੇ ਲਈ ਸੰਸਕ੍ਰਿਤੀ ਵੀ ਮਹੱਤਵਪੂਰਨ ਕਾਰਕਾਂ ਵਿੱਚੋਂ ਇੱਕ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵ ਨਾ ਕੇਵਲ ਜੀਵ ਵਿਗਿਆਨਿਕ ਮਨੁੱਖ ਹੈ, ਬਲਕਿ ਇੱਕ ਸੰਸਕ੍ਰਿਤੀ ਮਨੁੱਖ ਵੀ ਕਹਾਉਂਦਾ ਹੈ। ਆਮ ਬੋਲਚਾਲ ਵਿੱਚ ਸੰਸਕ੍ਰਿਤੀ ਨੂੰ ਪੜ੍ਹਾਈ ਦੇ ਸਮਾਨਾਰਥਕ ਅਰਥਾਂ ਵਿੱਚ ਲਿਆ ਗਿਆ ਹੈ। ਪੜ੍ਹਿਆ ਲਿਖਿਆ ਵਿਅਕਤੀ ਸੰਸਕ੍ਰਿਤੀ ਅਤੇ ਅਨਪੜ੍ਹ ਵਿਅਕਤੀ ਅਸੰਸਕ੍ਰਿਤੀ ਹੈ, ਪਰ ਸੰਸਕ੍ਰਿਤੀ ਦੇ ਇਹ ਮਤਲਬ ਠੀਕ ਨਹੀਂ ਹਨ। ਸਮਾਜ ਵਿਗਿਆਨੀ ਸੰਸਕ੍ਰਿਤੀ ਦਾ ਅਰਥ ਕਾਫੀ ਵਿਆਪਕ ਸ਼ਬਦਾਂ ਵਿੱਚ ਲੈਂਦੇ ਹਨ। ਸਮਾਜ ਵਿਗਿਆਨੀਆਂ ਅਨੁਸਾਰ ਜਿਸ ਕਿਸੇ ਚੀਜ਼ ਦਾ ਨਿਰਮਾਣ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ, ਉਹ ਸੰਸਕ੍ਰਿਤੀ ਹੈ। ਮਨੁੱਖ ਦੋ ਪ੍ਰਕਾਰ ਦੇ ਵਾਤਾਵਰਣ ਵਿੱਚ ਰਹਿੰਦਾ ਹੈ, ਪ੍ਰਾਕ੍ਰਿਤਿਕ ਅਤੇ ਅਪ੍ਰਾਕ੍ਰਿਤਿਕ। ਪ੍ਰਾਕ੍ਰਿਤਿਕ ਵਾਤਾਵਰਣ ਵਿੱਚ ਜੀਵਾਣੂ ਵਿਅਕਤੀ ਨੂੰ ਜੀਵਨ ਜੀਣ ਯੋਗ ਬਣਾਉਂਦੇ ਹਨ, ਜਦਕਿ ਅਪ੍ਰਾਕ੍ਰਿਤਿਕ ਵਾਤਾਵਰਣ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਣਾਇਆ ਹੈ। ਜੀਵਾਣੂਆਂ ਦੁਆਰਾ ਵਿਅਕਤੀ ਸਰੀਰਕ ਗੁਣਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਅਪ੍ਰਾਕ੍ਰਿਤਿਕ ਵਾਤਾਵਰਣ ਵਿੱਚ ਉਹ ਵਿਧੀਆਂ, ਪਰਿਭਾਸ਼ਾਵਾਂ, ਵਿਚਾਰਾਂ ਤੇ ਕੀਮਤਾਂ ਨੂੰ ਉਹਨਾਂ ਲੋਕਾਂ ਤੋਂ ਪ੍ਰਾਪਤ ਕਰਦਾ ਹੈ ਜੋ ਉਸ ਤੋਂ ਪਹਿਲਾਂ ਦੁਨੀਆ ਵਿੱਚ ਰਹਿੰਦੇ ਹਨ। ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਚੀਜ਼ਾਂ ਅਤੇ ਵਿਚਾਰ ਬਣਾਏ ਹਨ, ਜਿਸ ਦੇ ਨਾਲ ਅਨੁਕੂਲਨ ਕਰਨਾ ਵਿਅਕਤੀ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਪ੍ਰਾਕ੍ਰਿਤਿਕ ਵਾਤਾਵਰਣ ਦੇ ਨਾਲ। ਮਨੁੱਖ ਦੁਆਰਾ ਬਣਾਏ ਆਪਣੇ ਵਾਤਾਵਰਣ ਨੂੰ ਜਿਸ ਵਿੱਚ ਉਹ ਰਹਿੰਦਾ ਹੈ, ਸਮਾਜ ਵਿਗਿਆਨ ਵਿੱਚ ਸੰਸਕ੍ਰਿਤੀ ਕਿਹਾ ਜਾਂਦਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਵਿਦਵਾਨਾਂ ਨੇ ਇਸ ਦੇ ਅਰਥ ਨੂੰ ਵੱਖੋ-ਵੱਖਰੇ ਢੰਗਾਂ ਨਾਲ ਦੱਸਿਆ ਹੈ। ਇਸ ਦਾ ਅਰਥ ਹੈ ਕਿ ਇਤਿਹਾਸਕ, ਫਿਲਾਸਫਰ, ਸਾਹਿਤਕਾਰ, ਰਾਜਨੀਤਿਕ ਵਿਗਿਆਨ ਆਦਿ ਨੇ ਸੰਸਕ੍ਰਿਤੀ ਨੂੰ ਆਪਣੇ ਹੀ ਨਜ਼ਰੀਏ ਨਾਲ ਦੱਸਿਆ ਹੈ। ਸੰਸਕ੍ਰਿਤੀ ਇੱਕ ਵਿਆਪਕ ਧਾਰਨਾ ਹੈ। ਇਸ ਦੇ ਵਿੱਚ ਸਮਾਜ ਦੀਆਂ ਪਰੰਪਰਾਵਾਂ, ਸੰਸਕਾਰ, ਧਰਮ ਸੰਸਥਾਵਾਂ, ਕਲਾਵਾਂ, ਨੈਤਿਕਤਾ, ਕੋਮਲਤਾ ਆਦਿ ਸਭ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਮਾਜ ਵਿਗਿਆਨੀਆਂ ਨੇ ਸੰਸਕ੍ਰਿਤੀ ਨੂੰ ਮਨੁੱਖੀ ਜ਼ਰੂਰਤਾਂ ਦੀ ਪੂਰਤੀ ਦਾ ਸੰਕਲਪ ਦੱਸਿਆ ਹੈ। ਅਸਲ ਵਿੱਚ ਉਹ ਸਾਡੇ ਸਮਾਜ ਦੀ ਵਿਰਾਸਤ ਹੁੰਦੀ ਹੈ, ਜਿਸ ਨੂੰ ਵਿਅਕਤੀ ਸਮਾਜ ਵਿੱਚ ਰਹਿ ਕੇ ਹੀ ਪ੍ਰਾਪਤ ਕਰਦਾ ਹੈ। ਇਹ ਵਿਅਕਤੀ ਦੀ ਪਦਾਰਥਵਾਦੀ ਤੇ ਗੈਰ ਪਦਾਰਥਵਾਦੀ ਰੁਚੀ ਨਾਲ ਸੰਬੰਧਿਤ ਹੁੰਦੀ ਹੈ। ਇਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ। ਸੰਸਕ੍ਰਿਤੀ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਭੌਤਿਕ ਅਤੇ ਅਭੌਤਿਕ। ਭੌਤਿਕ ਚੀਜ਼ਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ, ਛੂਹ ਸਕਦੇ ਹਾਂ, ਅਤੇ ਅਭੌਤਿਕ ਚੀਜ਼ਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਛੂਹ ਜਾਂ ਵੇਖ ਨਹੀਂ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ। ਭੌਤਿਕ ਚੀਜ਼ਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬ, ਸਕੂਟਰ, ਕਾਰ ਸਭ ਕੁਝ ਲੈ ਸਕਦੇ ਹਾਂ ਅਤੇ ਭੌਤਿਕ ਚੀਜ਼ਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ।
ਸੰਖੇਪ ਵਿੱਚ ਸੰਸਕ੍ਰਿਤੀ ਤੋਂ ਮਤਲਬ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜ਼ਾਂ, ਮਸ਼ੀਨਾਂ, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ, ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਜਾਣ ਵਾਲੀ ਹਰ ਚੀਜ਼ ਤੋਂ ਹੈ, ਚਾਹੇ ਉਸਨੇ ਉਸ ਚੀਜ਼ ਨੂੰ ਬਣਾਇਆ ਹੈ ਜਾਂ ਨਹੀਂ। ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਸਮਾਜ ਦੇ ਮੈਂਬਰ ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ। ਸੰਸਕ੍ਰਿਤੀ ਮਨੁੱਖਾਂ ਲਈ ਅੰਤਰ-ਕਿਰਿਆਵਾਂ ਦਾ ਹੀ ਨਤੀਜਾ ਹੁੰਦੀ ਹੈ, ਹਰ ਇੱਕ ਜਗ੍ਹਾ ਪਾਈ ਜਾਂਦੀ ਹੈ। ਜਿੱਥੇ ਕਿਤੇ ਵੀ ਸਮੂਹ ਅਤੇ ਮਨੁੱਖ ਮਿਲਦੇ ਹਨ, ਉਹਨਾਂ ਦੇ ਵਿੱਚ ਅੰਤਰ-ਕਿਰਿਆ ਹੁੰਦੀ ਰਹਿੰਦੀ ਹੈ। ਇਸ ਅੰਤਰ-ਕਿਰਿਆ ਦੇ ਫਲਸਰੂਪ ਉਹ ਇੱਕ ਦੂਜੇ ਨੂੰ ਆਪਣੇ ਵਿਚਾਰ, ਭਾਵਨਾਵਾਂ, ਕਾਢਾਂ ਆਦਿ ਬਾਰੇ ਦੱਸਦੇ ਰਹਿੰਦੇ ਹਨ ਅਤੇ ਉਹਨਾਂ ਦੇ ਆਪਣੇ ਜੀਵਨ ਵਿੱਚ ਪ੍ਰਯੋਗ ਕਰਦੇ ਰਹਿੰਦੇ ਹਨ। ਜਦੋਂ ਦੋ ਮਨੁੱਖ ਇਕੱਠੇ ਮਿਲ ਕੇ ਇੱਕ ਦੂਜੇ ਨਾਲ ਰਹਿ ਰਹੇ ਹਨ, ਤਦ ਤੋਂ ਹੀ ਇਹ ਪ੍ਰਕਿਰਿਆ ਚੱਲੀ ਆ ਰਹੀ ਹੈ ਅਤੇ ਇਸ ਦਾ ਬਹੁਤ ਮਹੱਤਵਪੂਰਨ ਨਤੀਜਾ ਇਹ ਹੋਇਆ ਹੈ ਕਿ ਇਸ ਪ੍ਰਕਿਰਿਆ ਦੇ ਫਲਸਰੂਪ ਸਾਡੇ ਕੋਲ ਬਹੁਤ ਜ਼ਿਆਦਾ ਸੰਸਕ੍ਰਿਤੀ ਇਕੱਠੀ ਹੋ ਗਈ ਹੈ। ਇਹ ਸੰਸਕ੍ਰਿਤੀ ਹਮੇਸ਼ਾ ਜਿਉਂਦੀ ਰਹਿੰਦੀ ਹੈ, ਚਾਹੇ ਵਿਅਕਤੀ ਮਰ ਜਾਂਦਾ ਹੈ, ਪਰ ਸੰਸਕ੍ਰਿਤੀ ਨੂੰ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਸ ਚਰਚਾ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਰਹਿਣ ਸਹਿਣ ਦੇ ਤਰੀਕੇ, ਫਿਲਾਸਫੀ, ਭਾਵਨਾਵਾਂ, ਵਿਚਾਰਾਂ, ਮਸ਼ੀਨਾਂ, ਸੰਦ ਅਤੇ ਸਭ ਭੌਤਿਕ ਅਤੇ ਅਭੌਤਿਕ ਵਸਤੂਆਂ ਹਨ ਅਤੇ ਇਹ ਡੈਫੀਨੇਸ਼ਨ ਮੈਕਾਈਵਰ ਅਤੇ ਪੇਜ ਦੇ ਅਨੁਸਾਰ ਸਾਡੇ ਰਹਿਣ ਸਹਿਣ ਦੇ ਢੰਗਾਂ ਵਿੱਚ, ਸਾਡੇ ਦੈਨਿਕ ਵਿਵਹਾਰ ਅਤੇ ਸੰਬੰਧਾਂ ਵਿੱਚ, ਵਿਚਾਰ ਦੇ ਤਰੀਕਿਆਂ ਵਿੱਚ, ਸਾਡੀ ਕਲਾ, ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਸੰਸਕ੍ਰਿਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ, ਉਸਨੂੰ ਸੰਸਕ੍ਰਿਤੀ ਕਹਿੰਦੇ ਹਨ।